दानव देव फनिंदर नसाचर, दानव देव फनिंदर नसाचर, भूत भविख भगवान जपेंगे, जीव जिते जल में थल में, पल ही पल में सब खाप खपेंगे। पुण्य पुरातन बढ़त जैतुन, पापन के बहु पुंज खपेंगे। साध समूह प्रसन्न फिरे जग, सतर सबे अवलोक जपेंगे, लोक जपेंगे, सतर सबे अवलोक जपेंगे। इस संद नंबर 27 साहिबे कमाल साहिब श्री गुरु गोबिंद सिंह जी महाराज फरमारे ने कि जो परमात्मा जल और थल, जो परमात्मा जल और थल ਭਾਵ ਧਰਤੀ ਤੇ ਭਾਵ ਸਭ ਜੀਵਾਂ ਨੂੰ ਪੈਦਾ ਕਰਨ ਦੀ ਹਿੰਮਤ ਰੱਖਦਾ ਹੈ, ਉਸ ਦਾ ਜੋ ਵੀ ਜੀਵ ਸਿਮਰਨ ਕਰਦੇ ਹਨ ਜਾਂ ਕਰ ਰਹੇ ਹਨ ਔਰ ਭਵਿੱਖ ਵਿੱਚ ਵੀ ਉਸ ਦਾ ਸਿਮਰਨ ਕਰਨ, ਚਾਹੇ ਉਹ ਦੈਂਤ ਜਾਂ ਦੇਵਤਾ ਹੋਣ, ਸ਼ੇਸ਼ ਨਾਗ ਜਾਂ ਭੂਤ ਪ੍ਰੇਤ ਹੋਣ, ਉਹਨਾਂ ਸਭਨਾਂ ਦੇ ਭਲੇ ਕੰਮਾਂ ਔਰ ਬੁੱਧੀ ਦੇ ਤੇਜ ਦੀ ਦਮਨੀ ਵੱਧਦੀ ਜਾਂਦੀ ਹੈ, ਬੁੱਧੀ ਤੇ तेज की दमनी बढ़ती जाती है और उन्होंने द्वारा किए हुए बुरे कर्मां दे ढेरां दे ढेर नाश हो जाते हैं। परमात्मा का सिमरन करने वाले मनुख पूरे जगत विच प्रसन्न मन विचरण करते हैं, जदकि विकारग्रस्त जीव अजाए लोगों को देख के तेजहीन होंदे रहिंदे हैं, भाव उन्हां दा ग्राफ थले डिगदा है। सो गुरु प्यारी साध संगत जी संद नंबर 28 विच साहिबे कमाल साहिब श्री गुरु गोबिंद सिंह जी महाराज फरमा रहे हैं कि मानव इंद्र गजिंद्र नराधिप, मानव इंद्र गजिंद्र नराधिप जोन त्रिलोक को राज करेंगे। कोट स्नान राजादिक दान, अनेक सोमबर साज भरेंगे। ब्रह्म महेश्वर बिसन सचीपति, अंत फसे जम फास परेंगे। जे नर श्रीपति के प्रास है, पगते नर फिर ना दे तरेंगे। साहिब श्री गुरु गोबिंद सिंह जी महाराज कहते हैं कि जो मनुख हाथियां दे स्वामी होके चक्रवर्ती राजा बन के सारी सृष्टि ते राज करते हैं, ਕਰੋੜਾਂ ਤੀਰਥਾਂ ਤੇ ਇਸ਼ਨਾਨ ਕਰਕੇ ਹਾਥੀ ਆਦਿ ਦਾਨ ਕਰਦੇ ਹਨ ਔਰ ਕਈ ਸੁੰਬਰਾਂ ਵਿੱਚ ਵਿਵਾਹ ਆਦਿ ਕਰਦੇ ਹਨ, ਭਾਵ ਰਾਜੇ ਕਿੰਨੀਆਂ ਸਾਦੀਆਂ ਕਰਦੇ ਹਨ। ਇਹਨਾਂ ਸਭਨਾਂ ਦੀ ਤਾਂ ਗੱਲ ਛੱਡੋ, ਬਲਕਿ ਬ੍ਰਹਮਾ ਵਿਸ਼ਨੂੰ शिव ਆਦਿ ਔਰ ਸਚਪਤੀ ਇੰਦਰ ਆਦਿ ਵੀ ਅੰਤ ਵਿੱਚ ਮੌਤ ਦੇ ਵਸ ਵਿੱਚ ਚਲੇ ਜਾਂਦੇ ਹਨ। ਕੇਵਲ ਉਹ ਮਨੁੱਖ ਹੀ ਬਾਰੰਬਾਰ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ ਜੋ ਪਰਮਾਤਮਾ ਦੀ ਸ਼ਰਨ ਵਿੱਚ ਨਰਮ ਭਾਵ ਨਾਲ ਸਮਰਪਿਤ ਹੁੰਦਾ ਹੈ, ਭਾਵ ਅਹਮ ਅਹੰਕਾਰ ਨੂੰ ਤਿਆਗ ਕੇ ਆਪਣੇ ਕਰਮਾਂ ਨੂੰ ਪ੍ਰਭੂ ਚਰਨਾਂ ਵਿੱਚ ਸਮਰਪਿਤ ਕਰਦਾ ਰਹਿੰਦਾ ਹੈ। ਸੰਦ ਨੰਬਰ 29 ਵਿੱਚ ਕਹਿ ਰਹੇ ਨੇ, ਕਹਾ ਬਿਓ ਦੋ ਲੋਚਨ ਮੁਦ ਕੇ ਬੈਠ ਰਹੇ ਹੋ, बक ध्यान लगायो, नहात फिरे लिए 7 समुंदर, लोक गयो पर लोक गवायो, बासु कियो विख्यान सो बैठ के, ऐसे ही ऐस मुंह बैठ बतायो, साच कहूं सुन लियो सबो, साच कहूं सुन लियो सबो, जिन प्रेम कियो तिन ही प्रभ पायो। साहब देखो ਬਾਕੀ ਤਾਂ ਗੱਲਾਂ ਚਲੋ ਆਪ ਜੀ ਨੂੰ ਸਾਰੀਆਂ ਸਮਝ ਆ ਹੀ ਰਹੀਆਂ ਨੇ, ਪਰ ਪ੍ਰੇਮ ਨੂੰ ਕਿੰਨੀ ਤਰਜੀਹ ਦਿੱਤੀ ਹੈ ਇੱਥੇ। ਜਿਹੜਾ ਐਸੇ ਪ੍ਰਭੂ ਪਰਮੇਸ਼ਰ ਪਰਮਾਤਮਾ ਨਾਲ ਪਿਆਰ ਕਰਦਾ ਹੈ, ਕੇਵਲ ਉਹ ਹੀ ਰੱਬ ਪਾ ਸਕਦਾ ਹੈ। ਜਿਹੜਾ ਕੋਈ ਇਸ ਰੱਬ ਦੀ ਬਣਾਈ ਹੋਈ ਸਮੁੱਚੀ ਮਾਨਵਤਾ, ਇਸ ਕਾਦਰ ਦੀ ਬਣਾਈ ਹੋਈ ਕੁਦਰਤ ਨਾਲ ਪਿਆਰ ਕਰਦਾ ਹੈ, ਸਾਰੇ ਜੀਵਾਂ ਨਾਲ ਪਿਆਰ ਕਰਦਾ ਹੈ, ਪੂਰੀ ਕੁਦਰਤ ਨਾਲ ਪਿਆਰ ਕਰਦਾ ਹੈ, ਪੂਰੀ ਸ੍ਰਿਸ਼ਟੀ ਨਾਲ ਪਿਆਰ ਕਰਦਾ ਹੈ, ਕੇਵਲ ਉਹ ਹੀ ਪ੍ਰਭੂ ਨੂੰ ਪਾ ਸਕਦਾ ਹੈ। ਸਾਹਿਬ ਫਰਮਾ ਰਹੇ ਨੇ
ਕਿ ਮਨੁੱਖ ਨੂੰ ਨਾਲ ਜਾਗਰਤ ਕਰ ਰਹੇ ਹਨ ਕਿ ਕੀ ਹੋਇਆ ਜੇ ਕੋਈ ਮਨੁੱਖ ਕਹਾਂ ਬਿਓ ਦੋ ਲੋਚਨ ਮੂਦ ਕੇ ਬੈਠ ਗਿਓ ਵਕਤ ਧਿਆਨ ਲਗਾਇਓ। ਕੀ ਹੋਇਆ ਜੇ ਕੋਈ ਮਨੁੱਖ ਦੋਵੇਂ ਅੱਖਾਂ ਬੰਦ ਕਰਕੇ ਬਗਲੇ ਦੀ ਤਰ੍ਹਾਂ ਸਮਾਧੀ ਵਿੱਚ ਬੈਠਾ ਰਹਿੰਦਾ ਹੈ, ਉਸ ਨੂੰ ਉਸ ਦਾ ਕੋਈ ਲਾਭ ਨਹੀਂ ਹੁੰਦਾ। ਜਦ ਕੋਈ ਮਨੁੱਖ 7 ਸਮੁੰਦਰਾਂ ਵਿੱਚ ਜੀਵਨ ਭਰ ਇਸ਼ਨਾਨ ਕਰਨ ਲਈ ਘੁੰਮਦਾ ਰਹੇ, ਨਹਾਤ ਫਿਰਿਓ ਲਿਏ 7 ਸਮੁੰਦਰ ਲੋਕ ਗਿਓ ਪਰ ਲੋਕ ਗਵਾਇਓ, ਇਸ਼ਨਾਨ ਕਰਨ ਲਈ ਘੁੰਮਦਾ ਰਹੇ ਤਾਂ ਸਮਝ ਲਵੋ ਕਿ ਉਸਨੇ ਇਸ ਲੋਕ ਨੂੰ ਵੀ ਗਵਾਇਆ ਔਰ ਪ੍ਰਭੂ ਸਿਮਰਨ ਤੋਂ ਬਿਨਾ ਪਰਲੋਕ ਵੀ ਵਿਗਾੜ ਲਿਆ ਹੈ। ਜਿਸਨੇ ਇਹ ਸਭ ਸਾਧਨਾਂ ਨੂੰ ਛੱਡ ਕੇ ਜਨ ਘਰ ਵਿਸਿਆ ਵਿਕਾਰਾਂ ਦਾ ਭੋਗ ਕੀਤਾ ਹੈ, ਉਸਨੇ ਵੀ ਆਪਣੀ ਉਮਰ ਵਿਅਰਥ ਹੀ ਗਵਾ ਦਿੱਤੀ ਹੈ। ਇਹ ਭਾਈ ਸੱਚੀ ਗੱਲ ਤਾਂ ਇਹ ਹੈ, ਇਸ ਨੂੰ ਬੜੇ ਧਿਆਨ ਨਾਲ ਸੁਣ ਲਓ। ਸੱਚੀ ਗੱਲ ਤਾਂ ਇਹ ਹੈ, ਇਸ ਨੂੰ ਬੜੇ ਧਿਆਨ ਨਾਲ ਸੁਣ ਲਓ ਕਿ ਇਹਨਾਂ ਸਭਨਾ ਸਾਧਨਾਂ ਨੂੰ ਨਾ ਅਪਣਾ ਕੇ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਪਰੇ ਰਹਿ ਕੇ ਅੱਖਾਂ ਬੰਦ ਕਰਕੇ ਸਮਾਧੀਆਂ ਲਗਾਉਣ ਤੋਂ ਬਗੈਰ ਕੇਵਲ ਪਰਮਾਤਮਾ ਨੂੰ ਉਹੀ ਪ੍ਰਾਪਤ ਕਰ ਸਕਦਾ ਹੈ ਜਿਸਨੇ ਪਰਮਾਤਮਾ ਨਾਲ ਪਿਆਰ ਕੀਤਾ ਹੈ। ਪਿਆਰ ਹੀ ਪਿਆਰ, ਜਿਸਨੇ ਇਸ ਪਰਮਾਤਮਾ ਦੀ ਬਣਾਈ ਹੋਈ ਸੁੱਚੀ ਮਾਨਵਤਾ ਨਾਲ ਪਿਆਰ ਕੀਤਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਅੱਗੇ ਸੰਨ ਨੰਬਰ 30 ਵਿੱਚ ਦੱਸ ਰਹੇ ਹਨ, ਕਾਹੂ ਲੈ ਪਾਹਨ ਪੂਜ ਧਰੋ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਰੀ ਦਿਸਾ ਮੈਂ, ਕਾਹੂ ਪਸਾਕੋ ਸੀਸ ਨਵਾਇਓ। ਕਾਹੂ ਲਖਾਇਓ ਹਰ ਅਵਾਚੀ ਦਿਸਾ ਮੈਂ, ਕਾਹੂ ਪਸਾਕੋ ਸੀਸ ਨਵਾਇਓ। ਕਉ ਬਤਾਨ ਕੋ ਪੂਜਤ ਹੈ ਪਸ਼ੂ, ਕਉ ਬਤਾਨ ਕੋ ਪੂਜਨ ਪਾਓ, ਕਰ ਕਿਰਿਆ ਜੋ ਸਭ ਹੀ ਜਗ, ਸ੍ਰੀ ਭਗਵਾਨ ਕਾ ਭੇਦ ਨਾ ਪਾਇਓ। ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੀਂ ਪਾਤਸ਼ਾਹੀ ਫਰਮਾ ਰਹੇ ਹਨ, ਆਪਣੀ ਬਾਣੀ ਵਿੱਚ ਫਰਮਾ ਰਹੇ ਹਨ ਔਰ ਮਨੁੱਖ ਨੂੰ ਸੁਚੇਤ ਕਰ ਰਹੇ ਹਨ ਕਿ ਕਿਸੇ ਨੇ ਪੱਥਰ ਭਾਵ ਸਾਲਗ੍ਰਾਮ ਦੀ ਪੂਜਾ ਕਰਕੇ ਉਸ ਦੇ ਅੱਗੇ ਪ੍ਰਣਾਮ ਕੀਤਾ ਹੈ ਔਰ ਕਿਸੇ ਨੇ ਸ਼ਿਵਲਿੰਗ ਨੂੰ ਗਲੇ ਵਿੱਚ ਲਟਕਾਇਆ ਹੋਇਆ ਹੈ, ਤੋ ਕਿਸੇ ਨੇ ਪੱਛਮ ਵਿੱਚ ਮੱਕਾ ਮਦੀਨਾ ਵਿੱਚ ਉਸ ਦਾ ਨਿਵਾਸ ਮੰਨ ਕੇ ਉਸ ਦੇ ਵੱਲ ਸਿਰ ਝੁਕਾਇਆ ਹੋਇਆ ਹੈ, ਔਰ ਕੋਈ ਮੂਰਖ ਮੂਰਤੀਆਂ ਨੂੰ ਪਰਮਾਤਮਾ ਸਮਝ ਕੇ ਉਹਨਾਂ ਦੀ ਪੂਜਾ ਕਰਨ ਲੱਗਿਆ ਹੋਇਆ ਹੈ, ਔਰ ਕੋਈ ਕਬਰਗਾਹਾਂ ਦੇ ਵਿੱਚ ਉਸ ਦੀ ਪੂਜਾ ਦੇ ਲਈ ਦੌੜ ਧੂਪ ਲਗਾ ਚੁੱਕਾ ਹੈ। ਇਸ ਤਰ੍ਹਾਂ ਸਾਰਾ ਹੀ ਸੰਸਾਰ ਝੂਠੇ ਕਰਮਾਂ ਕਾਂਡਾਂ ਵਿੱਚ ਉਲਝ ਰਿਹਾ ਹੈ ਔਰ ਇਸ ਤਰ੍ਹਾਂ ਪਰਮਾਤਮਾ ਦਾ ਰਹੱਸ ਜਿਹਨੇ ਭੇਦ ਕੋਈ ਵੀ ਨਹੀਂ ਜਾਣ ਸਕਿਆ। ਇਹ ਅਕਾਲ ਉਸਤਤ ਬਾਣੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੀਂ ਪਾਤਸ਼ਾਹੀ ਦੀ ਆਪਣੀ ਹੱਥ ਲਿਖਤ ਬਾਣੀ ਹੈ। ਜਿਸ ਤਰ੍ਹਾਂ ਅਕਾਲ ਉਸਤਤ ਬਾਣੀ ਦਾ ਪਹਿਲਾ ਸ਼ਲੋਕ ਲਿਖਣ ਤੋਂ ਪਹਿਲੀਆਂ 5 ਲਾਈਨਾਂ ਵਿੱਚ ਇਸ ਅਕਾਲ ਪ੍ਰਭੂ ਪਰਮੇਸ਼ਰ ਨੂੰ ਕਾਲਾਤੀਤ, ਸਰਬਲੋਕ, ਸਬਦਾ ਕਾਲ, ਸਦਾ ਸਰਬਲੋਕ ਨਾਮਾਂ ਨਾਲ ਪੁਕਾਰ ਕੇ ਯਾਦ ਕਰਕੇ ਆਪਣੇ ਦਸਤਖਤਾਂ ਦੀ ਦਾਸਤਾਨ ਔਰ ਬਤੌਰੇ ਲੇਖਕ ਬਤੌਰੇ ਕਵੀ ਬਿਆਨ ਕੀਤਾ ਹੈ ਔਰ ਫਿਰ ਕਹਿ ਰਹੇ ਹਨ ਕਿ ਮੈਂ ਉਸ ਆਦਿ ਪੁਰਸ਼ ਓਮਕਾਰ ਨੂੰ ਨਮਸਕਾਰ ਕਰਦਾ ਹਾਂ, ਇਸ ਜੋਤੀ ਨਿਰੰਜਨ ਨੂੰ ਪ੍ਰਣਾਮ ਕਰਦਾ ਹਾਂ, ਜਿਸ ਦੀ ਜੋਤੀ ਦਾ ਪ੍ਰਕਾਸ਼ 14 ਭਾਵਾਂ ਵਿੱਚ ਪ੍ਰਕਾਸ਼ਮਈ ਹੈ। ਸਾਹਿਬ ਕਹਿੰਦੇ ਹਨ ਕਿ ਇਹ ਪ੍ਰਭੂ ਪਰਮੇਸ਼ਰ ਨਿਰਾਕਾਰ ਨਿਰੰਕਾਰ, ਹਾਥੀ ਤੋਂ ਲੈ ਕੇ ਕੀੜੇ ਤੱਕ, ਰਾਜੇ ਤੋਂ ਲੈ ਕੇ ਭਿਖਾਰੀ ਤੱਕ ਸਭਨਾ ਵਿੱਚ ਵਿਰਾਜਮਾਨ ਹੈ, ਜਿਸ ਦਾ ਕੋਈ ਵਰਨ ਜਾਤ ਪਾਤ ਔਰ ਕੋਈ ਵਿਸ਼ੇਸ਼ ਸੈਨ ਚੱਕਰ ਵੀ ਨਾ ਹੈ ਔਰ ਸਾਰੀ ਸ੍ਰਿਸ਼ਟੀ ਦਾ ਕਰਤਾ, ਸਭਨਾ ਵਿੱਚ ਵਿਆਪਕ, ਅਦੈਵ ਅਦਿਕ ਹੈ ਔਰ ਉਸ ਦਾ ਨਾ ਕੋਈ ਦੁਸ਼ਮਣ ਮਿੱਤਰ ਪਿਤਾ ਆਦਿ ਵੀ ਨਾ ਹੈ। ਸਭਨਾ ਦੇ ਕੋਲ, ਸਭਨਾ ਦੇ ਵਿੱਚ ਵੀ ਹੈ, ਸਭਨਾ ਦੇ ਕੋਲ,
ਸਭਨਾਂ ਦੇ ਵਿੱਚ ਔਰ ਆਕਾਸ਼ ਜਲ ਥਲ ਆਦਿ ਸਭਨਾਂ ਥਾਵਾਂ ਤੇ ਨਿਵਾਸ ਕਰਦਾ ਹੈ। ਇਸ ਹੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਨੇ 14 ਲੋਕਾਂ ਦਾ ਪ੍ਰਪੰਚ ਰਚਿਆ ਹੋਇਆ ਹੈ, ਜਿਸ ਵਿੱਚ ਕਰੋੜਾਂ ਇੰਦਰ ਉਪਿੰਦਰ ਬ੍ਰਹਮਾ ਵਿਸ਼ਨੂੰ ਮਹੇਸ਼ ਆਦਿ ਵਾਸ ਕਰਦੇ ਹਨ ਔਰ ਇਸ ਨੇ ਇਹਨਾਂ ਨੂੰ ਆਪਣੀਆਂ ਡਿਊਟੀਆਂ ਬਖਸ਼ ਕੇ ਫਿਰ ਇਸ ਸਾਰੇ ਤਮਾਸ਼ੇ ਨੂੰ ਆਪਣੇ ਆਪ ਵਿੱਚ ਲੀਨ ਕਰ ਰੱਖਿਆ ਹੋਇਆ ਹੈ। ਇਹ ਸਭ ਇਸ ਦੀ ਮਾਇਆ ਤੇ ਖੇਲ ਹੈ। ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਓੰਕਾਰ ਪ੍ਰਭੂ ਪਰਮੇਸ਼ਰ ਨੂੰ ਕਿਤੇ ਪਰਪੰਚੀ, ਦਾਨੀ, ਪਖਾਰੀ, ਕਾਮੀ ਤਿੰਨਾਂ ਗੁਣਾ ਰਜੋ ਤਮੋ ਸਤੋ ਤੂੰ ਪਰੇ, ਵੈਦਿਕ ਕਰਮਕਾਂਡੀ, ਗੁਪਤ ਰਾਸ਼ਟਰੀ ਜਾਪ ਔਰ ਤੜਕੇਸਾਰ ਆਜਾਨ ਕਰਨ ਵਾਲਾ, ਨਾਰੀ ਨਾਲ ਭੋਗ ਕਰਨ ਵਾਲਾ, ਕਿਤੇ ਜੋਗੀ, ਕਿਤੇ ਭੋਗੀ, ਕਿਤੇ ਸ਼ਤਰਧਾਰੀ, ਕਿਤੇ ਮਿਰਗਸ਼ਾਲਾ ਧਾਰਨ ਕਰਕੇ ਗੁਰੂ ਬਣੀ ਬੈਠਾ, ਕਿਤੇ ਪੂਰਨ ਭਗਤ ਅਤੇ ਪੂਰਨ ਪ੍ਰਤਾਪੀ, ਗਿਆਨੀ, ਧਿਆਨੀ, ਪ੍ਰਾਣਪਤੀ, ਕਿਤੇ ਦਾਨ ਪੁੰਨ ਇਕਾਗਰਤਾ ਬਖਸ਼ਣ ਵਾਲਾ ਔਰ ਦੱਖਣ ਪੱਛਮ ਵਿੱਚ ਵਾਸ ਕਰਨ ਵਾਲਾ ਦੱਸ ਰਹੇ ਹਨ। ਸੋ ਇਹ ਸਭ ਗੱਲਾਂ ਕੋਈ ਆਮ ਸਾਧੂ ਸੰਤ ਫਕੀਰ ਇਸ ਅਕਾਲ ਪੁਰਖ ਪਿਤਾ ਪਰਮਾਤਮਾ ਨਾਲ ਨਹੀਂ ਕਰ ਸਕਦਾ। ਉਹ ਹੀ ਕਰ ਸਕਦਾ ਹੈ ਜਿਸ ਦਾ ਇਸ ਸਿੱਖ ਨਾਲ ਗਾੜਾ ਪਿਆਰ ਜਾਂ ਇਸ ਸਿੱਖ ਦਾ ਪੂਰਾ ਰਹੱਸੇ ਜਾਨੀ ਭੇਦ ਜਾਣਦਾ ਹੋਵੇ। ਉਹ ਮੀਰੀ ਪੀਰੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਸਵਾਨੀ ਹੀ ਸਨ, ਜੋ ਅੰਤਰ ਧਿਆਨ ਇਸ ਅਕਾਲ ਪੁਰਖ ਵਾਹਿਗੁਰੂ ਦੀ ਹਰ ਅਦਾ ਦਾ ਬਿਆਨ ਕਰ ਰਹੇ ਹਨ। ਆਪ ਦੇਖ ਰਹੇ ਹੋ ਕਿ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਇੱਕ ਕਰਤਾ ਕਰਤਾਰ ਓੰਕਾਰ ਸਭ ਸਰੂਪ ਪਰਮਾਤਮਾ ਦਾ ਚਿੱਠਾ ਖੋਲ ਕੇ ਨਹੀਂ ਰੱਖ ਰਹੇ, ਇੱਕ ਗੱਲ ਖੋਲ ਕੇ ਨਹੀਂ ਕਹਿ ਰਹੇ, ਔਰ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦੀ ਉਸਤਤ ਔਰ ਸਿਫਤ ਸਲਾਹ ਔਰ ਤੰਤਾ ਦੇ ਗੁਣ ਗਾ ਰਹੇ ਹਨ। ਇਸ ਸਿੱਖ ਦੇ ਦਰਸ਼ਨ ਕਰਵਾ ਰਹੇ ਹਨ, ਬਾਰ-ਬਾਰ ਦਰਸ਼ਨ ਕਰਵਾ ਰਹੇ ਹਨ। ਇਹ ਸਾਰੀਆਂ ਪਹਿਚਾਨਾਂ ਇਸ ਸਿੱਖ ਦੀਆਂ ਨੇ। ਇਹ ਜੋ ਉਸਤਤ ਹੋ ਰਹੀ ਹੈ ਸਿੱਖ ਨਿਰਾਕਾਰ ਨਿਰੰਕਾਰ ਦੀ ਹੋ ਰਹੀ ਹੈ। ਇਸ ਸਵਾਮੀ ਜਿਹੜੀ ਕੁਲ ਮਾਲਕ ਸਾਈਂ ਦੀ ਸਿਫਤ ਹੋ ਰਹੀ ਹੈ। ਦਾਸ ਪਿੱਛੇ ਵੀ ਦੱਸ ਰਿਹਾ ਸੀਗਾ ਕਿ ਮੇਰੇ ਨਿਰੰਕਾਰੀ ਵੀਰ ਕਹਿੰਦੇ ਨੇ ਕਿ ਸਾਨੂੰ ਬ੍ਰਹਮ ਗਿਆਨ ਹੋ ਗਿਆ ਹੈ, ਸਾਨੂੰ ਬ੍ਰਹਮ ਗਿਆਨ ਮਿਲ ਗਿਆ ਹੈ। ਆਹ ਦੇਖੋ, ਬ੍ਰਹਮ ਗਿਆਨ ਦੀ ਕੋਈ ਲੜੀ ਟੁੱਟੀ ਨਹੀਂ ਰਹੀ, ਸਿਫਤ ਦੀ ਲੜੀ ਟੁੱਟੀ ਨਹੀਂ ਰਹੀ। ਬਾਰ-ਬਾਰ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਇੱਕ ਨਿਰਾਕਾਰ ਨਿਰੰਕਾਰ ਦੀ ਸਿਫਤ ਕਰ ਰਹੇ ਨੇ। ਮੇਰੇ ਰਾਧਾ ਸਵਾਮੀ ਵੀਰ, ਮੇਰੇ ਸਿੱਖ ਵੀਰ, ਮੇਰੇ ਹਿੰਦੂ ਵੀਰ ਪੂਰੇ ਧਿਆਨ ਦੇਣ ਇਸ ਗੱਲ ਵੱਲ ਕਿ ਜੋ ਸ਼ਬਦ ਸੁਰਤ ਜੋਗ ਦੀ ਗੱਲ ਚੱਲਦੀ ਹੈ, ਜੋ ਸ਼ਬਦ ਸੁਰਤ ਜੋਗ ਦੀ ਗੱਲ ਚੱਲਦੀ ਹੈ, ਸਾਹਿਬ ਪਿਛਲੇ ਹੀ ਇਸ ਸੰਦ ਵਿੱਚ ਕਹਿ ਕੇ ਆਏ ਨੇ ਕਿ ਅੱਖਾਂ ਬੰਦ ਕਰਕੇ ਬੈਠਣ ਨਾਲ ਗੱਲ ਨਹੀਂ ਬਣਦੀ। ਪਹਿਲਾਂ ਇਹ ਜਿਹੜੀਆਂ ਸਾਨੂੰ ਸੰਸਾਰੀ ਅੱਖਾਂ ਮਿਲੀਆਂ ਨੇ, ਇਸ ਕਲਬੂਤ ਨੂੰ ਇਹ ਅੱਖਾਂ ਲੱਗੀਆਂ ਨੇ, ਇਹਨਾਂ ਅੱਖਾਂ ਰਾਹੀਂ ਇਸ ਇੱਕ ਕੁਲ ਮਾਲਕ ਸਾਈਂ ਦਾ ਦਰਸ਼ਨ ਕਰੋ, ਭਾਵ ਇਸ ਦੇ ਪਰਸਾਵੇਂ ਦਾ ਦਰਸ਼ਨ ਕਰੋ। ਫਿਰ ਪ੍ਰੈਕਟੀਕਲ ਲਾਈਫ ਵਿੱਚ ਆ ਜਾਓ। ਅੱਗੇ ਪ੍ਰੈਕਟੀਕਲ ਲਾਈਫ ਹੈ। ਪ੍ਰੈਕਟੀਕਲ ਕੀ ਹੈਗਾ ਕਿ ਜਿਸ ਤਰ੍ਹਾਂ ਇੱਕ ਥਿਊਰੀ ਪਾਰਟ ਹੁੰਦਾ ਹੈ, ਇੱਕ ਪ੍ਰੈਕਟੀਕਲ ਪਾਰਟ ਹੁੰਦਾ ਹੈ। ਥਿਊਰੀ ਪਾਰਟ ਦੇ ਹਿਸਾਬ ਨਾਲ ਚੱਲਦਾ ਹੈ, ਪ੍ਰੈਕਟੀਕਲ ਪਾਰਟ ਵੀ ਲਿਖਿਆ ਹੁੰਦਾ ਹੈ ਕਿ ਇਸ ਤਰ੍ਹਾਂ ਪ੍ਰਯੋਗਸ਼ਾਲਾ ਦੇ ਵਿੱਚ ਜਾ ਕੇ ਇਹ ਪ੍ਰੈਕਟੀਕਲ ਕੀਤਾ ਜਾਣਾ। ਪ੍ਰਯੋਗਸ਼ਾਲਾ 'ਚ ਆਹ ਸਮਾਨ ਚਾਹੀਦਾ ਹੈ, ਇਸ ਧਾਤ ਨੂੰ ਇਸ ਧਾਤ ਨਾਲ ਮਿਲਾਵਾਂਗੇ ਤਾਂ ਫਿਰ ਇਹ ਧਾਤ ਦਾ ਪ੍ਰਗਟ ਹੋਣਾ। ਐਸੇ ਤਰ੍ਹਾਂ ਹੀ ਇਹ ਅੱਗੇ ਪ੍ਰੈਕਟੀਕਲ ਮਾਰਗ ਹੈ, ਉਹ ਹੈ ਇਬਾਦਤ, ਬੰਦਗੀ। ਇਸ ਰੂਹ ਨੂੰ ਰੱਬ ਨਾਲ ਜੋੜਨਾ, ਇਸ ਸੁਰਤ ਨੂੰ ਸ਼ਬਦ ਨਾਲ ਜੋੜਨਾ। ਸੁਰਤ ਸ਼ਬਦ ਜੋਗ, ਸੁਰਤ ਮਤਲਬ ਰੂਹ, ਸ਼ਬਦ ਮਤਲਬ ਰੱਬ ਤੇ ਜੋਗ ਮਤਲਬ ਜੋੜਨਾ। ਇਹ ਸੁਰਤ ਸ਼ਬਦ ਜੋਗ ਦਾ ਮਾਰਗ ਵੀ ਸਾਡਾ ਤਾਂ ਹੀ ਕੰਪਲੀਟ ਹੋਏਗਾ ਜਦ ਇਹ ਸਿੱਖ ਕਰਤਾ ਕਰਤਾਰਾ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰ ਲੋਗੇ। ਜਦ ਤਾਂ ਆਪ ਜੀ ਨੂੰ ਪਤਾ ਹੋਏਗਾ ਕਿ ਸਾਡਾ ਪਿਓ ਇਹ ਹੈ, ਇਹ ਹੀ ਸਾਡਾ ਪ੍ਰਾਣਪਤੀ ਹੈ, ਪ੍ਰਾਣਾਂ ਦੇ ਰੂਪ ਵਿੱਚ ਸਾਡੇ ਅੰਦਰ ਜਾ ਰਿਹਾ, ਬਾਹਰ ਆ ਰਿਹਾ। ਜਦ ਆਪ ਜੀ ਨੂੰ ਕਲੈਰਿਟੀ ਹੋ ਜਾਏਗੀ
ਕਿ ਇਹੋ ਹੀ ਹੈ ਜਿੰਨੀਆਂ ਪਹਿਚਾਨਾਂ ਸਾਡੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਸੀਆਂ।